ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਠੀਕ ਰਿਹਾ, ਕਿਉਂਕਿ ਜਿਸ ਤਰੀਕੇ ਦੇ ਨਾਲ ਰਾਤ ਦੇ ਵੇਲੇ ਮੀਂਹ ਹਨੇਰੀ ਝੱਖੜ ਝੁੱਲਾ ਆਇਆ ਸੀ, ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਇੱਕਦਮ ਗਿਰਾਵਟ ਆਈ ਹੈ। ਹਾਲਾਂਕਿ ਕਈ ਥਾਵਾਂ ਦੇ ਉੱਤੇ ਧੁੱਪ ਵੀ ਨਿਕਲੀ ਆ, ਪਰ ਜੇਕਰ ਅਸੀਂ ਪਿਛਲੇ 2 ਦਿਨਾਂ ਦੇ ਮੁਕਾਬਲਤਨ ਦੇਖੀਏ, ਜਦੋਂ 43 ਤੋਂ ਲੈ ਕੇ 44 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਸੀ, ਉਹਦੇ ਮੁਕਾਬਲਤਨ ਕੱਲ੍ਹ ਘੱਟ ਗਰਮੀ ਸੀ ਤੇ ਪੰਜਾਬ ਦੇ ਅੱਧੇ ਹਿੱਸੇ ਦੇ ਵਿੱਚ ਕੱਲ੍ਹ ਬੱਦਲਵਾਈ ਵੀ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ। ਪਰ ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਰਾਤ ਦੇ ਵੇਲੇ ਝੱਖੜ ਝੁੱਲਾ ਆਇਆ, ਉਹਦੇ ਕਰਕੇ ਪਟਿਆਲੇ ਦੇ ਵਿੱਚ 7 ਮੌਤਾਂ ਦੀ ਖਬਰ ਪ੍ਰਾਪਤ ਹੋਈ ਹੈ। ਪਤਾ ਲੱਗਾ ਕਿ ਪਟਿਆਲੇ ਦੇ ਵਿੱਚ ਜਿਹੜਾ ਸੈਦਖੇੜੀ ਪਿੰਡ ਹੈ, ਇੱਥੇ ਝੁੱਗੀ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਆ। 2 ਬੱਚਿਆਂ ਸਮੇਤ ਮੀਆਂ ਬੀਵੀ ਦੀ ਮੌਤ ਹੋਈ ਹੈ, ਕਿਉਂਕਿ ਗੁਆਂਢੀਆਂ ਦੀ ਕੰਧ ਇਹਨਾਂ ਦੀ ਝੁੱਗੀ ਦੇ ਉੱਤੇ ਡਿੱਗ ਪਈ ਹੈ। ਇਸੇ ਤਰੀਕੇ ਨਾਲ ਪਟਿਆਲੇ ਦੇ ਵਿੱਚ 3 ਹੋਰ ਮੌਤਾਂ, ਕਿਸੇ ਦੀ ਬਿਜਲੀ ਡਿੱਗਣ ਦੇ ਕਰਕੇ, ਕਿਸੇ ਦੀ ਖੰਭਾ ਡਿੱਗਣ ਦੇ ਕਰਕੇ, ਕਿਸੇ ਦੀ ਦਰਖਤ ਡਿੱਗਣ ਦੇ ਕਰਕੇ ਮੌਤ ਹੋਈ ਹੈ। ਤੇ ਖੰਨੇ ਦੇ ਵੱਲ ਪਿੰਡ ਹੈਗਾ ਇਕੁਲਾਹਾ। ਇਸ ਪਿੰਡ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਉਹ ਮੋਟਰਸਾਈਕਲ ਦੇ ਉੱਤੇ ਜਾਂਦਾ ਸੀ, ਉਹਦੇ ਉੱਤੇ ਅਸਮਾਨੀ ਬਿਜਲੀ ਡਿੱਗੀ, ਜਿਹਦੇ ਕਰਕੇ ਉਹ ਬੁਰੇ ਤਰੀਕੇ ਨਾਲ ਝੁਲਸ ਗਿਆ। ਕਹਿਣ ਦਾ ਭਾਵ ਇਹ ਹੈ ਕਿ ਮੀਂਹ ਹਨੇਰੀ ਝੱਖੜ ਝੁੱਲੇ ਦੇ ਕਰਕੇ ਨੁਕਸਾਨ ਵੀ ਕਾਫੀ ਹੋਇਆ, ਪਰ ਤਾਪਮਾਨ ਦੇ ਵਿੱਚ ਗਿਰਾਵਟ ਵੀ ਆਈ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ, ਉਹਦੇ ਵੱਲ ਜੇਕਰ ਜਾਂਦੇ ਆ ਤਾਂ ਬੀਜੇਪੀ ਨੂੰ ਲੱਗੇ ਝਟਕੇ ਨਾਲ ਸੰਬੰਧਿਤ ਹੈ। ਮੁਕਲ ਰਾਏ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਸੀ 2017 ਤੋਂ, ਜਿਹੜੇ ਕਿ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਤੇ ਆਏ ਸੀ ਬੀਜੇਪੀ ਦੇ ਵੱਲ, ਜਿਨ੍ਹਾਂ ਦੀ ਅਗਵਾਈ ਦੇ ਵਿੱਚ 2018 ਦੇ ਵਿੱਚ ਪੰਚਾਇਤੀ ਚੋਣਾਂ ਲੜੀਆਂ ਸੀ ਬੀਜੇਪੀ ਨੇ, ਚੰਗੀ ਸਫਲਤਾ ਵੀ ਦਿਵਾਈ ਸੀ ਮੁਕਲ ਰਾਏ ਨੇ। ਉਹ ਇੱਕ ਵਾਰ ਫਿਰ ਪਲਟੀ ਮਾਰ ਕੇ ਤੇ ਮਮਤਾ ਬੈਨਰਜੀ ਦੀ ਪਾਰਟੀ ਦੇ ਵੱਲ ਆ ਗਏ ਆਪਦੇ ਮੁੰਡੇ ਦੇ ਸਮੇਤ। ਵੈਸੇ ਰਾਜਨੀਤੀ ਦੇ ਵਿੱਚ ਕੋਈ ਇਹ ਨਵੀਂ ਗੱਲ ਨਹੀਂ। ਪੰਜਾਬ ਦੇ ਰਾਜਨੀਤਿਕ ਲੋਕਾਂ ਦੀ ਗੱਲ ਕਰ ਲਈਏ, ਉਹ ਵੀ ਇਹ ਗੱਲ ਕਹਿੰਦੇ ਆ ਕਿ ਸਾਡੀ ਪਾਰਟੀ ਦੇ ਵੱਲੋਂ ਕੁਝ ਕੀਤਾ ਨਹੀਂ ਸੀ ਜਾ ਰਿਹਾ, ਲੋਕਾਂ ਦਾ ਭਲਾ ਨਹੀਂ ਸੀ ਕੀਤਾ ਜਾ ਰਿਹਾ, ਇਹਦੇ ਕਰਕੇ ਅਸੀਂ ਪਲਟੀ ਮਾਰ ਕੇ ਦੂਜੀ ਪਾਰਟੀ ਦੇ ਵਿੱਚ ਗਏ ਹਾਂ। ਪਰ ਮਮਤਾ ਬੈਨਰਜੀ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਬੇਹੱਦ ਗੱਦਾਰੀ ਕਰਕੇ ਗਏ ਆ, ਉਹਨਾਂ ਵਾਸਤੇ ਤ੍ਰਿਣਮੂਲ ਕਾਂਗਰਸ ਦੇ ਦਰਵਾਜ਼ੇ ਬੰਦ ਹੀ ਰਹਿਣਗੇ। ਪਰ ਕੁਝ ਕੁ ਲੋਕ ਚੰਗੇ ਕਿਰਦਾਰ ਵਾਲੇ ਵੀ ਆ, ਉਹਨਾਂ ਦੀਆਂ ਕੁਝ ਮਜਬੂਰੀਆਂ ਵੀ ਹੋ ਸਕਦੀਆਂ। ਜੇਕਰ ਉਹ ਵਾਪਸ ਆਉਣਾ ਚਾਹੁੰਦੇ ਆ ਤਾਂ ਉਹਨਾਂ ਦੇ ਬਾਰੇ ਅਸੀਂ ਵਿਚਾਰ ਕਰ ਸਕਦੇ ਹਾਂ। ਤੇ ਪਤਾ ਇਹ ਲੱਗਾ ਕਿ ਕੁਝ ਕੁ ਸਮਾਂ ਪਹਿਲਾਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ, ਉਦੋਂ ਵੱਡੀ ਗਿਣਤੀ ਦੇ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਜਿਹੜੇ ਬੀਜੇਪੀ ਦੇ ਵੱਲ ਗਏ ਸੀਗੇ ਨੇਤਾ, ਆਸ ਉਹਨਾਂ ਨੂੰ ਸੀ ਕਿ ਬੀਜੇਪੀ ਦੀ ਸਰਕਾਰ ਬਣੀ ਹੀ ਬਣੀ ਆ, ਬਸ ਇਹ ਤਾਂ ਰਸਮੀ ਐਲਾਨ ਹੋਣਾ ਬਾਕੀ ਹੈ। ਪਰ ਨਤੀਜਿਆਂ ਨੇ ਉਹਨਾਂ ਨੂੰ ਦੰਦਲਾਂ ਪਵਾਤੀਆਂ। ਹੁਣ ਉਸ ਤੋਂ ਬਾਅਦ 33 ਦੇ ਕਰੀਬ ਵਿਧਾਇਕ ਬੀਜੇਪੀ ਦੇ ਤੇ ਸੰਸਦ ਮੈਂਬਰ ਤੇ ਕਈ ਸਾਬਕਾ ਵਿਧਾਇਕ ਆ ਜਿਹੜੇ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਆਉਣ ਨੂੰ ਕਾਹਲੇ ਆ। ਪਰ ਮਮਤਾ ਬੈਨਰਜੀ ਨੇ ਮੂਹਰੇ ਉਹਨਾਂ ਨੂੰ ਰੋਕਿਆ ਹੋਇਆ, ਡੱਕਿਆ ਹੋਇਆ ਵੀ ਸਾਰਿਆਂ ਦੀ ਹੁਣ ਪਾਰਟੀ ਦੇ ਵਿੱਚ ਅਸੀਂ ਵਾਪਸੀ ਨਹੀਂ ਕਰਨੀ, ਜਿਹੜਾ ਜਿੱਥੇ ਗਿਆ ਉਹ ਉੱਥੇ ਟਿਕਿਆ ਰਵੇ, ਵਧੇ ਫੁੱਲੇ, ਸਾਨੂੰ ਇਹਦੇ ਨਾਲ ਕੋਈ ਤਲਕ ਨਹੀਂ ਆ। ਉਸ ਤੋਂ ਅਗਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦੇ ਅੰਦਰ ਪਟਾਕੇ ਪੈਣੇ ਸ਼ੁਰੂ ਹੋ ਗਏ ਆ। ਅਨਿਲ ਜੋਸ਼ੀ ਤੋਂ ਬਾਅਦ ਮਾਸਟਰ ਮੋਹਨ ਲਾਲ ਹੋਰਾਂ ਦੇ ਵੱਲੋਂ ਵੀ ਇਸ ਵਕਤ ਵੱਡੇ ਪੱਧਰ ਦੇ ਉੱਤੇ ਬੀਜੇਪੀ ਨੂੰ ਝਟਕਾ ਦਿੱਤਾ ਗਿਆ। ਇਹ ਇੱਕ ਵੱਖਰੀ ਗੱਲ ਹੈ ਕਿ ਅਸ਼ਵਨੀ ਸ਼ਰਮਾ ਹੋਰਾਂ ਨੇ ਲੰਘੇ ਕੱਲ੍ਹ ਇਹ ਗੱਲ ਕਹੀ ਹੈ, ਜਿਹੜੇ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਆ। ਉਹ ਕਹਿੰਦੇ ਬਈ ਹੁਣ ਬਾਪੂ ਵਾਲੀ ਭੂਮਿਕਾ ਅਦਾ ਕਰਨੀ ਬੰਦ ਕਰਨ ਮਾਸਟਰ ਮੋਹਨ ਲਾਲ, ਤੇ ਹੁਣ ਦਾਦੇ ਵਾਲੀ ਭੂਮਿਕਾ ਦੇ ਉੱਤੇ ਆ ਜਾਣ। ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਹੁਣ ਦਾਦੇ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਉਹ ਸਿਰਫ ਚੁੱਪ ਹੀ ਰਹਿਣ, ਕਿਉਂਕਿ ਬਾਪੂ ਦਾ ਕੰਮ ਹੁੰਦਾ ਸਰਗਰਮੀ ਨਾਲ ਵਿਚਰਨਾ ਤੇ ਦਾਦੇ ਦਾ ਕੰਮ ਹੁੰਦਾ ਚੁੱਪ ਕਰਕੇ ਸਾਰਾ ਕੁਝ ਦੇਖਣਾ। ਸ਼ਾਇਦ ਉਹਨਾਂ ਦੇ ਕਹਿਣ ਦਾ ਭਾਵ ਇਹ ਹੋਵੇ, ਜਾਂ ਇਹ ਹੋਵੇ ਕਿ ਭਾਈ ਸਾਨੂੰ ਸਮਝਾਉਂਦੇ ਰਹੋ, ਪਰ ਜੇਕਰ ਸਮਝਣ ਵਾਲੀ ਗੱਲ ਹੀ ਹੋਵੇ ਤਾਂ 7 ਮਹੀਨੇ ਹੋਣ ਵਾਲੇ ਆ ਤੇ ਬੀਜੇਪੀ ਸਮਝੀ ਤਾਂ ਹੈ ਨਹੀਂ। ਕਿਸਾਨਾਂ ਨੂੰ ਅੰਦੋਲਨ ਕਰਦੇ ਵੇਖ ਕੇ, ਉਹਨਾਂ ਦੇ ਅੰਦੋਲਨ ਦੀ ਧਾਰ ਨੂੰ ਵੇਖ ਕੇ ਸਮਝ ਤਾਂ ਇਹਨਾਂ ਦੇ ਕੋਈ ਹਿੱਸੇ ਦੇ ਵਿੱਚ ਆਈ ਨਹੀਂ। ਪਰ ਇਸ ਵਕਤ ਪੰਜਾਬ ਦੇ ਵਿੱਚ ਕਈ ਬੀਜੇਪੀ ਆਗੂ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਮੂਹਰੇ ਲਕੀਰ ਖਿੱਚੀ ਹੈ, ਇਹ ਗੱਲ ਕਹੀ ਹੈ ਵੀ ਆਰ ਜਾਂ ਪਾਰ ਦੀ ਗੱਲ ਦੱਸੋ, ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਆ। ਕੇਂਦਰ ਦੀ ਸਰਕਾਰ ਸਾਡੀ ਆਪਣੀ ਪਾਰਟੀ ਦੀ ਸਰਕਾਰ ਗਲਤ ਕਰ ਰਹੀ ਹੈ, ਤੇ ਜੇਕਰ ਆਹੀ ਕੁਝ ਕਰਨਾ ਤਾਂ ਇਹ ਵੇਖ ਲਿਓ 117 ਸੀਟਾਂ ਜਿੱਤਣ ਦੀ ਥਾਂ ਦੇ ਉੱਤੇ ਆਪਾਂ ਨੂੰ 117 ਬੰਦੇ ਲੱਭਣੇ ਨਹੀਂ ਪੰਜਾਬ ਦੇ ਵਿੱਚ ਉਮੀਦਵਾਰ ਖੜੇ ਕਰਨ ਦੇ ਲਈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਮੁਕਲ ਰਾਏ ਨੇ ਪਲਟੀ ਕਿਹੜੀ ਗੱਲੋਂ ਮਾਰੀ ਹੈ, ਤੇ ਫਿਰ ਕਰਾਂਗੇ ਟਿੱਪਣੀ। ਮੁਕਲ ਰਾਏ ਤੇ ਉਹਨਾਂ ਦੇ ਪੁੱਤ ਦੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਲੰਘੇ ਕੱਲ੍ਹ ਵਾਪਸੀ ਹੋ ਗਈ ਹੈ, ਤੇ ਇਹਦੇ ਨਾਲ ਹੀ ਹੁਣ ਉਹਨਾਂ ਲੋਕਾਂ ਦਾ ਤ੍ਰਿਣਮੂਲ ਕਾਂਗਰਸ ਦੇ ਵਿੱਚ ਪਰਤਣ ਦਾ ਦੌਰ ਸ਼ੁਰੂ ਹੋਣ ਵਾਲਾ ਜੋ ਚੋਣਾਂ ਤੋਂ ਪਹਿਲਾਂ ਦਲ ਬਦਲੀ ਕਰ ਗਏ ਸਨ। ਹਾਲਾਂਕਿ ਮਮਤਾ ਬੈਨਰਜੀ ਨੇ ਸਾਫ਼ ਕਰ ਦਿੱਤਾ ਹੈ ਕਿ ਜਿਨ੍ਹਾਂ ਨੇ ਗੱਦਾਰੀ ਕੀਤੀ ਉਹਨਾਂ ਵਾਸਤੇ ਤ੍ਰਿਣਮੂਲ ਦੇ ਵਿੱਚ ਕੋਈ ਥਾਂ ਨਹੀਂ ਹੈ। ਮੁਕਲ ਰਾਏ ਨੇ ਵਾਪਸੀ ਤੇ ਕਿਹਾ ਜੋ ਹਾਲਾਤ ਹੁਣ ਭਾਜਪਾ ਦੇ ਵਿੱਚ ਨੇ ਸ਼ਾਇਦ ਹੀ ਉੱਥੇ ਕੋਈ ਰਹੇਗਾ। ਉਹਨਾਂ ਨੇ ਕਿਹਾ ਕਿ ਘਰ ਵਾਪਸ ਆ ਕੇ ਮੈਨੂੰ ਚੰਗਾ ਲੱਗ ਰਿਹਾ, ਤੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਉੱਤੇ ਭਾਜਪਾ ਹਮਲਾਵਰ ਹੋਈ, ਘੁਟਾਲਿਆਂ ਦੇ ਦੋਸ਼ ਲਾਏ, ਉਸ ਦੇ ਹੱਥੋਂ ਹੀ ਮੁਕਲ ਰਾਏ ਦੀ ਘਰ ਵਾਪਸੀ ਕਰਵਾਈ ਗਈ ਹੈ। ਮਮਤਾ ਨੇ ਇਹ ਸੰਕੇਤ ਦਿੱਤਾ ਕਿ ਤ੍ਰਿਣਮੂਲ ਕਾਂਗਰਸ ਦੇ ਵਿੱਚ ਦਬਦਬਾ
ਅਭਿਸ਼ੇਕ ਦਾ ਹੀ ਰਹੇਗਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਕਿ 33 ਤੋਂ ਵੱਧ ਇਸ ਵਕਤ ਬੀਜੇਪੀ ਦੇ ਨੇਤਾ ਤ੍ਰਿਣਮੂਲ ਕਾਂਗਰਸ ਦੇ ਵਿੱਚ ਆਉਣ ਦੀ ਕਾਹਲ ਦੇ ਵਿੱਚ ਨੇ, ਪਰ ਬੀਜੇਪੀ ਦੇ ਵਿੱਚੋਂ ਸਾਰਿਆਂ ਨੂੰ ਹੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਲਿਆਉਣ ਦੇ ਮੂਡ ਦੇ ਵਿੱਚ ਮਮਤਾ ਬੈਨਰਜੀ ਨਹੀਂ, ਕਿਉਂਕਿ ਇਹਨਾਂ ਦੇ ਆਉਣ ਦੇ ਨਾਲ ਪਾਰਟੀ ਦੇ ਵਿੱਚ ਅਸੰਤੋਸ਼ ਯਾਨੀ ਕਿ ਅਸੰਤੁਸ਼ਟੀ ਦੀ ਭਾਵਨਾ ਪੈਦਾ ਹੋਵੇਗੀ। ਪਾਰਟੀ ਦੇ ਇੱਕ ਧੜੇ ਦਾ ਇਹ ਵੀ ਮੰਨਣਾ ਕਿ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਗਦਾਰੀ ਕੀਤੀ ਹੁਣ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਸ਼ਾਮਲ ਨਹੀਂ ਕਰਨਾ ਚਾਹੀਦਾ। ਇੱਥੇ ਵੀ ਦੱਸਣਾ ਬਣਦਾ ਕਿ ਮੁਕਲ ਰਾਏ ਦੇ ਚੋਣ ਪ੍ਰਬੰਧਨ ਦਾ ਹੀ ਕਮਾਲ ਸੀ ਕਿ ਬੀਜੇਪੀ ਦੇ 2018 ਦੇ ਵਿੱਚ ਹੋਈਆਂ ਪੰਚਾਇਤ ਚੋਣਾਂ ਦੇ ਵਿੱਚ ਕਈ ਸੀਟਾਂ ਦੇ ਉੱਤੇ ਚੰਗੀ ਪਰਫਾਰਮੈਂਸ ਕੀਤੀ ਸੀ। ਇਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਪਾਰਟੀ ਨੇ 18 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਦੇ ਪਿੱਛੇ ਮੁਕਲ ਰਾਏ ਦਾ ਬਹੁਤ ਵੱਡਾ ਯੋਗਦਾਨ ਸੀ। ਤ੍ਰਿਣਮੂਲ ਕਾਂਗਰਸ ਦੇ ਵਿੱਚ ਉਹ ਜਦੋਂ ਤੱਕ ਰਹੇ ਉਹਨਾਂ ਨੇ ਪਰਦੇ ਪਿੱਛੋਂ ਸਾਰੀ ਚੋਣ ਰਣਨੀਤੀ ਬਣਾਉਣ ਦਾ ਕੰਮ ਕੀਤਾ ਤੇ ਉਹ ਦੀਦੀ ਦੇ ਨਾਲ ਸ਼ੁਰੂਆਤ ਤੋਂ ਹੀ ਜੁੜੇ ਰਹੇ, ਪਰ ਬਾਅਦ ਦੇ ਵਿੱਚ ਰਾਜਨੀਤਿਕ ਸਮੀਕਰਨ ਬਦਲੇ। ਮੁਕਲ ਰਾਏ 17 ਦੇ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਗਏ ਤੇ ਹੁਣ ਉਹਨਾਂ ਨੇ ਇੱਕ ਵਾਰ ਫਿਰ ਵਾਪਸ ਪੁਰਾਣੀ ਪਾਰਟੀ ਦੇ ਵਿੱਚ ਆਉਣ ਦਾ ਫੈਸਲਾ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਮਮਤਾ ਬੈਨਰਜੀ ਨੇ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਝਟਕਾ ਦਿੱਤਾ ਤੇ ਪੂਰੇ ਦੇਸ਼ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਇੱਕ ਸਮਝਾਉਣੀ ਦਿੱਤੀ ਕਿ ਜੇਕਰ ਇਸ ਵਕਤ ਵੀ ਇਕੱਠੇ ਹੋ ਜਾਈਏ ਤਾਂ ਬੀਜੇਪੀ ਨੂੰ ਹਰਾਉਣਾ ਔਖਾ ਕੰਮ ਨਹੀਂ। ਜਿਸ ਦਿਨ ਪੱਛਮੀ ਬੰਗਾਲ ਦੇ ਤੇ ਬਾਕੀ ਸੂਬਿਆਂ ਦੇ ਚੋਣ ਨਤੀਜੇ ਆਏ ਸੀ ਤੇ ਮਮਤਾ ਬੈਨਰਜੀ ਦੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ, ਉਸ ਦਿਨ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਅੱਜ ਦੇ ਨਤੀਜਿਆਂ ਤੋਂ ਬਾਅਦ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਬੀਜੇਪੀ ਨੂੰ ਹਰਾਉਣਾ ਮੁਸ਼ਕਲ ਨਹੀਂ, ਕੋਈ ਨਾਮੁਮਕਿਨ ਵਾਲੀ ਗੱਲ ਵੀ ਨਹੀਂ। ਹਾਂ, ਇਹ ਆ ਕਿ ਸਾਨੂੰ ਇਕੱਠੇ ਹੋਣਾ ਪੈਣਾ। ਜੇਕਰ ਅਸੀਂ ਲੰਬੜਦਾਰੀਆਂ ਦੇ ਚੱਕਰ ਦੇ ਵਿੱਚ ਰਹੇ ਵੀ ਨਹੀਂ ਪ੍ਰਧਾਨ ਮੰਤਰੀ ਸਾਡਾ ਹੋਊਗਾ, ਅਸੀਂ ਐਂ ਨਹੀਂ ਕਰਦੇ ਹੁੰਦੇ, ਅਸੀਂ ਆਹ ਨਹੀਂ ਕਰਦੇ ਹੁੰਦੇ, ਫਿਰ ਆਪਣਾ ਕੰਮ ਔਖਾ। ਪਰ ਜੇਕਰ ਸਾਰੇ ਆਪਾਂ ਆਪਦੀਆਂ ਨਿੱਜੀ ਇੱਛਾਵਾਂ ਨੂੰ ਪਰੇ ਕਰਕੇ ਤੇ ਦੇਸ਼ ਨੂੰ ਬਚਾਉਣ ਦੇ ਲਈ ਇਸ ਵਕਤ ਫਿਰਕਾ ਪ੍ਰਸਤਾਂ ਨੂੰ ਪਰੇ ਕਰਨ ਦੇ ਲਈ ਇਕਜੁੱਟ ਹੋ ਜਾਈਏ ਤਾਂ ਬੀਜੇਪੀ ਨੂੰ ਹਰਾਇਆ ਵੀ ਜਾ ਸਕਦਾ। ਹੁਣ ਜਿਸ ਤਰੀਕੇ ਦੇ ਨਾਲ ਮਮਤਾ ਬੈਨਰਜੀ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਖੜੀ ਡਟ ਕੇ, ਉਹਦੇ ਤੋਂ ਬਾਅਦ ਜਿਵੇਂ ਰਾਕੇਸ਼ ਟਕੈਤ ਦੀ ਵੀ ਮੁਲਾਕਾਤ ਹੋਈ ਹੈ, ਜਿਸ ਤਰੀਕੇ ਦੇ ਨਾਲ ਕਿਸਾਨ ਭਾਵੇਂ ਉਹ ਪੰਜਾਬ ਦੇ, ਭਾਵੇਂ ਹਰਿਆਣੇ ਦੇ, ਭਾਵੇਂ ਯੂਪੀ ਦੇ, ਵੱਡੀ ਗਿਣਤੀ ਦੇ ਵਿੱਚ ਪੱਛਮੀ ਬੰਗਾਲ 'ਚ ਜਾ ਕੇ ਬੀਜੇਪੀ ਦੇ ਖਿਲਾਫ ਪ੍ਰਚਾਰ ਕਰਕੇ ਆਏ, ਉਸ ਤੋਂ ਬਾਅਦ ਵੀ ਮਮਤਾ ਬੈਨਰਜੀ ਕਿਸਾਨਾਂ ਦੇ ਹੋਰ ਨੇੜੇ ਹੋਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਆ ਹੁਣ ਕਿ ਮੈਂ ਪਹਿਲਾਂ ਵੀ ਕਿਸਾਨੀ ਦੇ ਨਾਲ ਸੀ, ਅੱਜ ਵੀ ਕਿਸਾਨੀ ਦੇ ਨਾਲ ਆ ਤੇ ਭਵਿੱਖ ਦੇ ਵਿੱਚ ਵੀ ਕਿਸਾਨੀ ਨਾਲ ਰਹੂੰਗੀ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਇਕਜੁੱਟ ਹੋ ਜਾਣਾ ਚਾਹੀਦਾ ਜੇਕਰ ਅਸੀਂ ਬੀਜੇਪੀ ਨੂੰ ਆਪਣੇ ਵਿਚਾਰ ਬਦਲਣ ਵਾਸਤੇ ਮਜਬੂਰ ਕਰਨਾ ਤਾਂ। ਪਰ ਜੇਕਰ ਇਕੱਲੇ ਕਿਸਾਨ ਡਟੇ ਰਹਿਣਗੇ ਤੇ ਅਸੀਂ ਕੋਈ ਸਹਿਯੋਗ ਨਹੀਂ ਦੇਵਾਂਗੇ ਤਾਂ ਵੀ ਇਹ ਕੰਮ ਹੋਰ ਲੰਮਾ ਪੈ ਸਕਦਾ। ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਗੱਲ ਹੋ ਗਈ ਕਿ ਮਮਤਾ ਬੈਨਰਜੀ ਕਿਸਾਨੀ ਦੇ ਹੱਕ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤਨ ਮਨ ਧਨ ਹਰ ਤਰੀਕੇ ਦਾ ਸਹਿਯੋਗ ਕਿਸਾਨੀ ਦੇ ਵਾਸਤੇ ਦੇ ਰਹੇ ਹਾਂ ਤੇ ਦੇਵਾਂਗੇ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਅੰਦਰ ਪਟਾਕੇ ਪੈਣੇ ਸ਼ੁਰੂ ਹੋ ਗਏ ਆ। ਵੈਸੇ ਤਾਂ ਕਾਂਗਰਸ ਦੇ ਵਿੱਚ ਵੀ ਇਹ ਪਟਾਕੇ ਪੈਂਦੇ ਆ, ਪਰ ਬੀਜੇਪੀ ਦੇ ਵਿੱਚ ਪੈਣੇ ਇਸ ਵਕਤ ਪੈਣੇ ਜਦੋਂ ਇੱਕ ਪਾਸੇ ਜਿਆਣੀ ਹੋ ਰਹੀ ਤੇ ਉਧਰ ਗਰੇਵਾਲ ਹੋਰੀ ਤਾਂ ਇਹ ਗੱਲ ਕਹਿੰਦੇ ਕਿ 117 ਸੀਟਾਂ ਜਿੱਤ ਲਾਂਗੇ, ਪੰਜਾਬ ਦੇ ਵਿੱਚ ਸਰਕਾਰ ਹੀ ਸਾਡੀ ਬਣੂਗੀ, ਅਸੀਂ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਬਣਾ ਕੇ ਰਵਾਂਗੇ। ਪਰ ਜਿਹੜੇ ਇਸੇ ਪਾਰਟੀ ਦੇ ਸੁਗੜ ਸਿਆਣੇ ਨੇਤਾ ਜਿਨ੍ਹਾਂ ਦੇ ਕੋਲੇ ਪਹਿਲਾਂ ਮੰਤਰੀ ਦੇ ਅਹੁਦੇ ਸੀ, ਉਹਨਾਂ ਦੇ ਵਿੱਚੋਂ ਦੋ ਜਾਣੇ, ਇੱਕ ਮਾਸਟਰ ਮੋਹਨ ਲਾਲ ਤੇ ਦੂਜੇ ਅਨਿਲ ਜੋਸ਼ੀ, ਆਪਣੀ ਹੀ ਪਾਰਟੀ ਨੂੰ ਝਟਕਾ ਦੇ ਰਹੇ ਆ ਤੇ ਝਟਕੇ ਨਾਲੋਂ ਵੱਧ ਸ਼ਬਦ ਇੱਥੇ ਸਮਝਾਉਣੀ ਦੀ ਗੱਲ ਕਰਨੀ ਬਣਦੀ ਆ। ਸਮਝਾਉਣੀ ਦੇ ਰਹੇ ਆ, ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵਿਲੱਖਣ ਗੱਲ ਹੈ ਕਿਉਂਕਿ ਬੀਜੇਪੀ ਦੇ ਆਗੂ ਤਾਂ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੰਦੇ, ਪਰ ਮਾਸਟਰ ਮੋਹਨ ਲਾਲ ਹੋਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਕਿਸਾਨੀ ਮਸਲੇ ਦੇ ਉੱਤੇ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ। ਅਨਿਲ ਜੋਸ਼ੀ ਹੋਰੀ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਜੇਕਰ ਕਿਸਾਨ ਨਹੀਂ ਤਾਂ ਸਾਡੀ ਵਜੂਦ ਕੀ ਆ, ਸਾਡੀ ਹੋਂਦ ਕੀ ਆ। ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਜਨਮੇ, ਸ਼ਹਿਰਾਂ ਦੇ ਵਿੱਚ ਕਾਰੋਬਾਰ ਕੀਤਾ ਤੇ ਕਾਰੋਬਾਰ ਦਾ 98% ਹਿੱਸਾ ਕਿਸਾਨੀ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਸੋ ਪੰਜਾਬ ਦੇ ਵਿੱਚੋਂ ਵੀ ਆਵਾਜ਼ ਲਗਾਤਾਰ ਬਗਾਵਤ ਦੀ ਉੱਠ ਰਹੀ ਹੈ ਬੀਜੇਪੀ ਦੇ ਅੰਦਰ ਤੇ ਕਿਸਾਨੀ ਦੇ ਹੱਕ ਦੇ ਵਿੱਚ ਇਹ ਆਵਾਜ਼ ਉੱਠ ਰਹੀ ਹੈ। ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਅੰਦਰ ਬੀਜੇਪੀ ਦੇ ਵਿੱਚ ਹੋਰ ਵੀ ਵੱਡੇ ਪੱਧਰ ਦੇ ਉੱਤੇ ਤਰਸਲੀ ਮੱਚੇ। ਸੋ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਵੀ ਬੀਜੇਪੀ ਦੇ ਵਿੱਚ ਪਟਾਕੇ ਪੈਣਗੇ, ਕਿਸਾਨੀ ਦੇ ਹੱਕ ਦੇ ਵਿੱਚ ਬੀਜੇਪੀ ਦੇ ਹੋਰ ਲੋਕ ਆਉਣਗੇ ਤਾਂ ਉਹਦੇ ਨਾਲ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਮਜ਼ਬੂਤੀ ਮਿਲਣੀ ਕੁਦਰਤੀ ਹੈ। ਕਿਸਾਨ ਲਗਾਤਾਰ ਡਟੇ ਹੋਏ ਆ। ਮੀਂਹ ਹਨੇਰੀ ਝੱਖੜ ਝੁੱਲਾ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਵੀ ਆਇਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਜਦੋਂ ਮੀਂਹ ਹਟਦਾ, ਹਨੇਰੀ ਹਟਦੀ ਹੈ, ਨਾਲ ਦੀ ਨਾਲ ਆਪਣੇ ਤੰਬੂ ਫਿਰ ਠੀਕ ਕਰਦੇ ਆ, ਝੁੱਗੀਆਂ ਝੌਂਪੜੀਆਂ ਨੂੰ ਆਪਣੀਆਂ ਨੂੰ ਫਿਰ ਠੀਕ ਕਰਦੇ ਆ, ਫਿਰ ਡਟ ਕੇ ਬੈਠੇ ਰਹਿੰਦੇ ਆ, ਅਸੀਂ ਵਾਪਸ ਪਰਤਣ ਵਾਲਿਆਂ ਦੇ ਵਿੱਚੋਂ ਨਹੀਂ। ਸੋ 26 ਜੂਨ ਨੂੰ ਇਹਨਾਂ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਬੈਠਿਆਂ ਲਗਭਗ 7 ਮਹੀਨੇ ਹੋ ਜਾਣੇ ਆ ਤੇ 7 ਮਹੀਨੇ ਜਦੋਂ ਹੋ ਗਏ ਉਸ ਤੋਂ ਅਗਲੀ ਰਣਨੀਤੀ ਕੀ ਉਲੀਕਣਗੇ ਕਿਸਾਨ ਤੇ ਕੀ ਉਸ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਸਮੇਂ ਦੀ ਹਕੀਕਤ ਨੂੰ ਸਮਝਦਿਆਂ ਕਿਸਾਨੀ ਦੀ ਬਾਂਹ ਫੜਨ ਵਾਸਤੇ ਤਤਪਰ ਹੋਊ।
ਕੀ ਉਹਨਾਂ ਦੇ ਵੱਲੋਂ ਕਿਸਾਨੀ ਮੰਗਾਂ ਪ੍ਰਵਾਨ ਕਰਨ ਦੇ ਲਈ ਕੁਝ ਨਾ ਕੁਝ ਕੀਤਾ ਜਾਊ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਰ ਕਿਸਾਨਾਂ ਦੇ ਸਿਰੜ ਨੂੰ ਸਲਾਮ। ਤੇ ਇਸ ਵਕਤ ਜਿਹੜੇ ਵੀ ਬੀਜੇਪੀ ਦੇ ਨੇਤਾ ਉੱਠ ਕੇ ਕਿਸਾਨੀ ਦੀ ਆਵਾਜ਼ ਨੂੰ ਆਪਣੀ ਅੰਤਰ ਆਤਮਾ ਦੀ ਆਵਾਜ਼ ਦੇ ਨਾਲ ਜੋੜ ਕੇ ਵੇਖਦੇ ਆ, ਉਹਨਾਂ ਦੀ ਵੀ ਸੋਚ ਨੂੰ ਸਲਾਮ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਇਹ ਗੱਲਾਂ ਉੱਠਣ ਲੱਗੀਆਂ, ਉਹਦੇ ਕਰਕੇ ਕਿਸਾਨੀ ਦੇ ਚਿਹਰੇ ਦੇ ਉੱਤੇ ਰੌਣਕ ਆ ਰਹੀ ਹੈ ਵੀ ਹੁਣ ਸਾਡਾ ਪੱਖ ਹੋਰ ਵੀ ਮਜ਼ਬੂਤ ਹੁੰਦਾ ਜਾ ਰਿਹਾ। ਕਿਉਂਕਿ ਕੱਲ੍ਹ ਤੱਕ ਇਹ ਗੱਲ ਕਹਿੰਦੇ ਸੀ ਵੀ ਕਿਸਾਨ ਤਾਂ ਗਲਤ ਲੀਹ ਦੇ ਉੱਤੇ ਆ, ਹੁਣ ਇਹਨਾਂ ਦੀ ਪਾਰਟੀ ਦੇ ਆਪਣੇ ਆਗੂ ਆ ਜਦੋਂ ਸਾਡੇ ਹੱਕ ਦੇ ਵਿੱਚ ਬੋਲਦੇ, ਇਹ ਤਾਂ ਕਿਸੇ ਦੇ ਸਿਖਾਏ ਹੋਏ ਨਹੀਂ, ਇਹ ਤਾਂ ਫੰਡੀਆਂ ਵਾਲੇ ਨਹੀਂ, ਇਹ ਤਾਂ ਗੁੰਮਰਾਹ ਹੋਏ ਨਹੀਂ। ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਿਸਾਨ ਪੱਖੀ ਵੀ ਕੋਈ ਨਤੀਜਾ ਆਵੇ। ਜਿਵੇਂ ਜਿਵੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣਗੀਆਂ, ਕਈ ਲੋਕਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗਣੇ ਆ। ਸਾਨੂੰ ਨਹੀਂ ਪਤਾ ਕਿ ਜਿਹੜੇ ਦੋਸ਼ ਲੱਗਣੇ ਆ ਜਾਂ ਜਿਹੜੇ ਦੋਸ਼ ਲੱਗ ਰਹੇ ਆ ਉਹ ਸਹੀ ਆ ਜਾਂ ਗਲਤ ਆ, ਕਿਉਂਕਿ ਅਸੀਂ ਇੱਥੇ ਬੈਠ ਕੇ ਜੱਜ ਦੀ ਭੂਮਿਕਾ ਅਦਾ ਕਰਨ ਵਾਲੇ ਨਹੀਂ। ਪਰ ਜਿਸ ਤਰੀਕੇ ਦੇ ਦੋਸ਼ ਲੱਗ ਰਹੇ ਆ, ਜਿਵੇਂ ਕਈ ਲੋਕਾਂ ਨੂੰ ਮੁਲਜ਼ਮ ਕਿਹਾ ਜਾ ਰਿਹਾ ਜਾਂ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਤੋਂ ਬਾਅਦ ਇਉਂ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਸਾਰਾ ਗੰਧਲਾਪਣ ਵੀ ਆ। ਕਿਉਂਕਿ ਕੁਝ ਕੁ ਮਹੀਨੇ ਪਹਿਲਾਂ ਆਪਾਂ ਜਾਣਦੇ ਹਾਂ ਕਿ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਇੱਕ ਔਰਤ ਦੇ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਇਹਨਾਂ ਨੇ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ। ਉਹ ਮਾਮਲਾ ਹਾਲੇ ਤੱਕ ਠੰਡਾ ਨਹੀਂ ਸੀ ਪਿਆ ਕਿ ਇੱਕ ਹੋਰ ਔਰਤ ਦੇ ਵੱਲੋਂ ਦੋਸ਼ ਲਾਏ ਗਏ ਆ ਕਿ ਬੈਂਸ ਨੇ ਮੇਰੇ ਨਾਲ ਵੀ ਧੱਕੇਸ਼ਾਹੀ ਕੀਤੀ ਹੈ, ਮੇਰਾ ਵੀ ਜਿਨਸੀ ਸ਼ੋਸ਼ਣ ਕੀਤਾ। ਹਾਲਾਂਕਿ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੇ ਸਿਆਸੀ ਕੈਰੀਅਰ ਨੂੰ ਬਰਬਾਦ ਕਰਨ ਦੇ ਲਈ ਮੈਨੂੰ ਇਹਨਾਂ ਦੇ ਵੱਲੋਂ ਇਸ ਵਕਤ ਕੱਖੋਂ ਹੌਲਾ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਰ ਵਾਹਿਗੁਰੂ ਮੇਰੇ ਨਾਲ ਆ, ਲੋਕ ਮੇਰੇ ਨਾਲ ਆ, ਕੀਤੇ ਹੋਏ ਕੰਮ ਬੋਲਦੇ ਆ, ਇਸ ਕਰਕੇ ਮੇਰਾ ਸਿਆਸੀ ਤੌਰ ਦੇ ਉੱਤੇ ਕੁਝ ਵਿਗਾੜ ਤਾਂ ਨਹੀਂ ਸਕਣਗੇ। ਪਰ ਇਹਨਾਂ ਦੇ ਵੱਲੋਂ ਟਿੱਲ ਪੂਰਾ ਲਾਇਆ ਜਾ ਰਿਹਾ। ਕਿਸੇ ਵੇਲੇ ਕਮਲਜੀਤ ਸਿੰਘ ਕੜਵਲ ਤੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਮਿੱਤਰਤਾ ਬੜੀ ਹੁੰਦੀ ਸੀ, ਪਰ ਫਿਰ ਬਾਅਦ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਦੂਰੀਆਂ ਪੈ ਗਈਆਂ। ਹੁਣ ਕੜਵਲ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬੈਂਸ ਹੋਰਾਂ ਦੇ ਵੱਲੋਂ ਇਹੋ ਜਿਹਾ ਕੁਝ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੀਤਾ ਗਿਆ। ਉਸ ਔਰਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ। ਪਰ ਕੀ ਸਿਮਰਜੀਤ ਸਿੰਘ ਬੈਂਸ ਹੋਰੀ ਸੱਚੀ ਮੁੱਚੀ ਇਹ ਕੁਝ ਕਰਦੇ ਹੋਣਗੇ? ਕੀ ਸਿਮਰਜੀਤ ਬੈਂਸ ਹੋਰਾਂ ਨੂੰ ਇਹ ਫਸਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ? ਕੀ ਉਹਨਾਂ ਦੇ ਸਿਆਸੀ ਕੱਦ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕੀ 2017 ਦੇ ਵਿੱਚ ਆਤਮਨਗਰ ਹਲਕੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਰ ਪਾਰਟੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ? ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਕੌਣ ਕੀ ਕਾਰਵਾਈ ਕਰੂਗਾ, ਇਹਦੇ ਬਾਰੇ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਰ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਵੱਲੋਂ ਧੱਕੜ ਤਰੀਕੇ ਦੇ ਨਾਲ ਵਿਚਰਿਆ ਵੀ ਗਿਆ। ਉਹ ਦੂਜੀ ਵਾਰ ਜੇਕਰ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਹੋਏ ਤਾਂ ਕੋਈ ਨਾ ਕੋਈ ਕੰਮ ਵਾਲੀ ਗੱਲ ਤਾਂ ਉਹਨਾਂ ਦੇ ਨਾਲ ਜੁੜੀ ਹੋਊਗੀ। ਪਰ ਜਿਹੜੇ ਦੋਸ਼ ਲੱਗੇ ਆ ਉਹ ਵੀ ਛੋਟੇ ਨਹੀਂ, ਭਾਵੇਂ ਇਹ ਦੋਸ਼ ਸੱਚੇ ਹੋਣ ਤੇ ਭਾਵੇਂ ਹੋਣ ਝੂਠੇ, ਇਹ ਤਾਂ ਬਾਅਦ ਦੀ ਗੱਲ ਆ, ਪੜਤਾਲ ਦਾ ਵਿਸ਼ਾ ਹੈਗਾ। ਪਰ ਜਿਵੇਂ ਜਿਵੇਂ ਵੋਟਾਂ ਦੇ ਵਿੱਚ ਮਹੀਨੇ ਘਟਣਗੇ, ਦਿਨ ਘਟਣਗੇ, ਤਿਵੇਂ ਤਿਵੇਂ ਇਸ ਮਸਲੇ ਦੇ ਉੱਤੇ ਰਾਜਨੀਤੀ ਵਧੂਗੀ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਲੁਧਿਆਣਾ ਦੇ ਆਤਮਨਗਰ ਖੇਤਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਇੱਕ ਹੋਰ ਔਰਤ ਦੇ ਵੱਲੋਂ ਜਬਰ ਜਨਾਹ ਦੇ ਦੋਸ਼ ਲਾਏ ਗਏ ਨੇ। ਪੇਸ਼ੇ ਵਜੋਂ ਅਧਿਆਪਕ ਇਸ ਔਰਤ ਨੇ ਇਸ ਸੰਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਭੇਜੀ ਹੈ। ਦੂਜੇ ਪਾਸੇ ਵਿਧਾਇਕ ਬੈਂਸ ਨੇ ਆਪਣੇ ਦਫ਼ਤਰ ਦੇ ਵਿੱਚ ਔਰਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੁਰਾਣਾ ਸਾਥੀ ਤੇ ਕਾਂਗਰਸ ਦਾ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਕਥਿਤ ਤੌਰ ਦੇ ਉੱਤੇ ਗਲਤ ਤਰੀਕੇ ਨਾਲ ਔਰਤਾਂ ਨੂੰ ਅੱਗੇ ਕਰਕੇ ਉਹਨਾਂ ਦੇ ਉੱਤੇ ਦੋਸ਼ ਲਵਾ ਰਿਹਾ। ਵਿਧਾਇਕ ਬੈਂਸ ਨੇ ਆਖਿਆ ਕਿ ਉਹ ਉਹਨਾਂ ਦੀ ਬਦਨਾਮ ਕਰਨ ਵਾਲਿਆਂ ਖਿਲਾਫ ਡੀਜੀਪੀ ਨੂੰ ਸ਼ਿਕਾਇਤ ਕਰਨਗੇ। ਲੁਧਿਆਣਾ ਦੀ ਇੱਕ ਅਧਿਆਪਕਾ ਨੇ ਪੁਲਿਸ ਕਮਿਸ਼ਨਰ ਦੇ ਕੋਲ ਸ਼ਿਕਾਇਤ ਦਿੱਤੀ ਹੈ ਕਿ ਬੈਂਸ ਨੇ ਉਸ ਨਾਲ ਕੋਟ ਮੰਗਲ ਸਿੰਘ ਨਗਰ ਦੇ ਵਿੱਚ ਦਫ਼ਤਰ ਦੇ ਕੈਬਨ ਤੇ ਆਲਮਗੀਰ ਸਥਿਤ ਫਾਰਮ ਹਾਊਸ ਦੇ ਵਿੱਚ ਜਬਰ ਜਨਾਹ ਕੀਤਾ। ਔਰਤ ਨੇ ਪੁਲਿਸ ਕਮਿਸ਼ਨਰ ਨੂੰ WhatsApp ਵਾਲੀ ਚੈਟ ਵੀ ਭੇਜੀ ਹੈ, ਜਿਹਦੇ ਵਿੱਚ ਦਾਅਵਾ ਕੀਤਾ ਕਿ ਵਿਧਾਇਕ ਬੈਂਸ ਨੇ WhatsApp ਦੇ ਉੱਤੇ ਮੈਸੇਜ ਭੇਜ ਕੇ ਉਸ ਨੂੰ ਦਫ਼ਤਰ ਬੁਲਾਇਆ ਸੀ। ਔਰਤ ਨੇ ਇਹ ਵੀ ਕਿਹਾ ਕਿ ਉਸ ਕੋਲ ਸਾਰੇ ਸਬੂਤ ਨੇ ਜੋ ਉਹ ਅਦਾਲਤ ਦੇ ਵਿੱਚ ਪੇਸ਼ ਕਰੇਗੀ। ਔਰਤ ਵੱਲੋਂ ਦੋਸ਼ ਲਾਉਣ ਤੋਂ ਬਾਅਦ ਵਿਧਾਇਕ ਸਿਮਰਜੀਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੇਰਾ ਪੁਰਾਣਾ ਸਾਥੀ ਕੜਵਲ ਹੀ ਇਹ ਸਾਰਾ ਕੁਝ ਕਰਵਾ ਰਿਹਾ। ਉਹਨਾਂ ਨੇ ਕਿਹਾ ਕਿ ਦੋਸ਼ ਬੇਬੁਨਿਆਦ ਨੇ ਤੇ ਇਸ ਮਾਮਲੇ ਦੇ ਵਿੱਚ ਡੀਜੀਪੀ ਨੂੰ ਸ਼ਿਕਾਇਤ ਦੇ ਕੇ ਝੂਠੀਆਂ ਸ਼ਿਕਾਇਤਾਂ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਾਂਗੇ। ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਵਿਧਾਇਕ ਬੈਂਸ ਨੇ ਜੋ ਗਲਤ ਕੰਮ ਕੀਤੇ ਨੇ ਉਹੀ ਸਾਹਮਣੇ ਆ ਰਹੇ ਨੇ। ਉਹਨਾਂ ਦਾਅਵਾ ਕੀਤਾ ਕਿ ਹੋਰ ਵੀ ਬਹੁਤ ਸਾਰੀਆਂ ਔਰਤਾਂ ਵਿਧਾਇਕ ਬੈਂਸ ਤੋਂ ਪੀੜਤ ਨੇ ਜੋ ਹੁਣ ਹਿੰਮਤ ਕਰਕੇ ਅੱਗੇ ਆ ਰਹੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ, ਇਹਨਾਂ ਦੋਸ਼ਾਂ ਦੇ ਉੱਤੇ ਯਕੀਨ ਕਰਨਾ ਨਾ ਕਰਨਾ ਸਭ ਦੀ ਆਪੋ ਆਪਣੀ ਸਮਝ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਇਹਨਾਂ ਦੋਸ਼ਾਂ ਦੀ ਪੜਤਾਲ ਦੇ ਵਿੱਚੋਂ ਕੀ ਨਿਕਲਦਾ ਉਸ ਤੋਂ ਬਾਅਦ ਹੀ ਕੋਈ ਪੱਤਰਕਾਰ ਇਸ ਮਾਮਲੇ ਦੇ ਉੱਤੇ ਆਪਣੀ ਟਿੱਪਣੀ ਕਰ ਸਕਦਾ ਹੈ। ਪਰ ਜੇਕਰ ਅਸੀਂ ਪਿਛਲਾ ਰਿਕਾਰਡ ਦੇਖੀਏ ਸਿਮਰਜੀਤ ਬੈਂਸ ਹੋਰਾਂ ਦਾ, ਭਾਵੇਂ ਕਿ ਉਹਨਾਂ ਦੇ ਨਾਲ ਤਹਿਸੀਲਦਾਰ ਵਾਲੀ ਗੱਲ ਜੁੜੀ ਹੋਵੇ, ਭਾਵੇਂ ਕਿ ਕੁਝ ਹੋਰ ਮਸਲੇ ਵੀ ਜੁੜੇ ਹੋਣ, ਪਰ ਇਹਦੇ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਬੈਂਸ ਭਰਾਵਾਂ ਦੇ ਵੱਲੋਂ ਤੇ ਲੋਕ ਇਨਸਾਫ ਪਾਰਟੀ ਦੇ ਵੱਲੋਂ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚੰਗੇ ਕੰਮ ਵੀ ਕੀਤੇ ਗਏ ਆ। ਆਪਾਂ ਜਾਣਦੇ ਕਿ ਆਜ਼ਾਦ ਤੌਰ ਦੇ ਉੱਤੇ ਜਿੱਤਣਾ ਇੱਕ ਵਾਰੀ ਔਖਾ ਹੁੰਦਾ, ਪਰ ਜੇਕਰ ਦੋਵੇਂ ਭਰਾ ਦੂਜੀ ਵਾਰ ਜਿੱਤਣ ਦੇ ਵਿੱਚ ਵੀ ਕਾਮਯਾਬ ਹੋਏ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਕੰਮ ਤਾਂ ਕੀਤਾ ਹੀ ਆ ਕੋਈ, ਇਸੇ ਕਰਕੇ ਲੋਕ ਵੋਟਾਂ ਪਾਉਂਦੇ ਆ। ਤੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੇ ਉੱਤੇ ਦੋਸ਼ਾਂ ਦੀ ਵਾਛੜ ਵੀ ਬਹੁਤ ਹੋਈ ਹੈ। ਆਪਾਂ ਇਹ ਵੀ ਜਾਣਦੇ ਕਿ ਬੇਬਾਕੀ ਨਾਲ ਉਹ ਵਿਚਰਦੇ ਵੀ ਹੈ, ਪਰ ਅਸੀਂ ਇਹ ਵੀ ਨਹੀਂ ਗੱਲ ਕਹਿੰਦੇ ਵੀ ਜੋ ਔਰਤ ਨੇ ਕਿਹਾ ਇਹ ਬਿਲਕੁਲ ਗਲਤ ਗੱਲ ਹੋਊਗੀ। ਇਸ ਮਾਮਲੇ ਦੀ ਨਿਰਪੱਖ ਤਰੀਕੇ ਨਾਲ ਪੜਤਾਲ ਹੋਣੀ ਚਾਹੀਦੀ ਹੈ। ਪਰ ਜਿਸ ਤਰੀਕੇ ਦੇ ਨਾਲ ਕੜਵਲ ਤੇ ਬੈਂਸ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਵਾਛੜ ਕਰ ਰਹੇ ਆ, ਇਹਦੇ ਤੋਂ ਬਾਅਦ ਇਹ ਪਤਾ ਲੱਗਦਾ ਕਿ ਜਦੋਂ ਯਾਰੀ ਦੇ ਵਿੱਚ ਫਿੱਕ ਪੈਂਦੀ ਹੈ, ਜਦੋਂ ਯਾਰੀ ਦੇ ਵਿੱਚ ਤੇੜ ਆ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਸਿਆਸੀ ਰੰਗਣ ਦੇ ਵਿੱਚ ਰੰਗੇ ਹੋਏ ਲੋਕ ਆ ਜਿਹੜੇ ਉਹ ਇੱਕ ਦੂਜੇ ਦੇ ਨਾਲ ਫਸਦੇ ਵੀ ਇਵੇਂ ਆ ਜਿਵੇਂ ਚਿਰਾਂ ਦੇ ਦੁਸ਼ਮਣ ਹੋਣ। ਸੋ ਕੜਵਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਬੈਂਸ ਦਾ ਕਿਰਦਾਰ ਇਹੋ ਜਿਹਾ। ਬੈਂਸ ਹੋਰਾਂ ਨੇ ਇਹ ਗੱਲ ਕਹੀ ਆ ਕਿ ਕੜਵਲ ਆ ਜਿਹੜਾ ਉਹ ਇਸ ਵਕਤ ਆਪਣਾ ਨਹੀਂ ਹੈਗਾ, ਇਸ ਕਰਕੇ ਜੜ੍ਹਾਂ ਨੂੰ ਦਾਤੀ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਤੋਂ ਪਹਿਲਾਂ ਵੀ ਇੱਕ ਔਰਤ ਨੇ ਇਨਸਾਫ ਦੀ ਮੰਗ ਕੀਤੀ ਸੀ। ਪੁਲਿਸ ਕਮਿਸ਼ਨਰ ਦੇ ਵੱਲੋਂ ਇਸ ਮਾਮਲੇ 'ਤੇ ਕੀ ਕਾਰਵਾਈ ਕੀਤੀ ਜਾਊਗੀ, ਜਾਂ ਜਿਹੜੇ ਵੱਖ-ਵੱਖ ਹੋਰ ਰਾਜਨੀਤਿਕ ਪਾਰਟੀਆਂ ਦੇ ਸ਼ਰੀਕੇ ਭਾਈਚਾਰੇ ਵਾਲੇ ਆ ਉਹ ਇਸ ਮਾਮਲੇ ਦੇ ਉੱਤੇ ਕੀ ਕਰਨਗੇ ਉਹਦੇ ਦਿਨਾਂ ਦੇ ਵਿੱਚ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਾਂਗਰਸੀ ਆਗੂਆਂ ਦੇ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਚਲੋ ਪ੍ਰਦਰਸ਼ਨ ਕਰਨਾ ਵੀ ਬਣਦਾ, ਵੈਸੇ ਤਾਂ ਸਭ ਨੂੰ ਹੀ ਕਰਨਾ ਚਾਹੀਦਾ, ਕਾਂਗਰਸ ਨੂੰ ਇੱਕ ਪਾਸੇ ਰੱਖ ਲਓ, ਕਿਉਂਕਿ ਅਸੀਂ ਜਿਹੜੇ ਲੋਕ ਆ ਜਾਂ ਤੁਸੀਂ ਲੋਕ ਹੋ, ਭਾਵੇਂ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋਵੋ ਜਾਂ ਨਾ ਜੁੜੇ ਹੋਵੋ, ਪਰ ਜਿਹੜਾ ਬੀਜੇਪੀ ਦੇ ਨਾਲ ਵੀ ਜੁੜਿਆ ਉਹਨੂੰ ਵੀ 100 ਰੁਪਈਆ ਲੀਟਰ ਹੀ ਪੈਟਰੋਲ ਮਿਲਦਾ। ਇਹਦਾ ਮਤਲਬ ਇਹ ਨਹੀਂ ਕਿ ਉਹਨੂੰ 25 ਰੁਪਈਏ ਮਿਲਦਾ ਤੇ ਬਾਕੀ ਪਾਰਟੀਆਂ ਵਾਲਿਆਂ ਨੂੰ 103 ਰੁਪਈਏ ਮਿਲਦਾ ਜਾਂ 100 ਰੁਪਈਏ ਮਿਲਦਾ ਸਭ ਨੂੰ ਇੱਕੋ ਭਾਈ ਹੈ। ਪਰ ਕਈ ਲੋਕ ਇੰਨੀ ਕਿ ਸਿਫਤ ਕਰ ਬੈਂਦੇ ਕਿਸੇ ਪਾਰਟੀ ਦੀ ਕਿ ਉਹ ਬਾਅਦ ਦੇ ਵਿੱਚ ਬਦਖੋਹੀ ਨਹੀਂ ਕਰ ਸਕਦੇ, ਉਹਨੂੰ ਨਿੰਦ ਨਹੀਂ ਸਕਦੇ। ਇਸੇ ਕਰਕੇ ਸ਼ਾਇਦ ਉਹ ਚੁੱਪ ਚੀਕ ਉਹਨਾਂ ਦੇ ਵੀ ਨਿਕਲੀ ਪਈ ਆ, ਜਿਹੜੇ ਇਸ ਵਕਤ ਚੁੱਪ ਵੱਟੀ ਬੈਠੇ ਆ ਪਰ ਢੀਠ ਜੇ ਹੋ ਕੇ ਬੈਠੇ ਆ ਵੀ ਯਾਰ ਹੁਣ ਕੀ ਬੋਲ ਗਏ, ਹੁਣ ਕੀ ਕਹੀਏ। ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ 56 ਇੰਚ ਦੀ ਛਾਤੀ ਹੈ ਜਿਹੜੀ ਉਹ ਕਮਾਲਾਂ ਹੀ ਕਰ ਦਿੰਦੀ ਹੈ। ਮੈਂ ਇੱਕ ਰਿਪੋਰਟ ਪੜ੍ਹੀ ਪਿਛਲੇ ਦਿਨੀ, ਉਹਦੇ ਵਿੱਚ ਗੱਲ ਕਹੀ ਗਈ ਹੈ ਵੀ ਪੈਟਰੋਲ ਦੀ ਕੀਮਤ ਤਾਂ ਹਾਲੇ ਵੀ ਘੱਟ ਆ, ਇਹ ਜਿਹੜਾ ਅਸਲ ਕੀਮਤ ਤੋਂ ਕਈ ਗੁਣਾ ਵੱਧ ਉਹਦੇ ਉੱਤੇ ਟੈਕਸ ਲੱਗਦਾ, ਵੈਟ ਲੱਗਦਾ। ਇਹ ਤਾਂ ਅਸਲ ਦੇ ਵਿੱਚ ਇੱਕ ਧਰਮ ਨੂੰ ਬਚਾਉਣ ਦੇ ਲਈ ਜਾਂ ਦੁਸ਼ਮਣ ਦੇਸ਼ ਨੂੰ ਅੱਖਾਂ ਦਿਖਾਉਣ ਦੇ ਲਈ ਲੱਗਦਾ, ਉਹਦੇ ਲਈ ਤਾਕਤ ਇੰਨੀ ਆਉਂਦੀ ਹੈ। ਇਸ ਕਰਕੇ ਇਹ ਪੈਟਰੋਲ ਦੀ ਜਿਹੜੀ ਕੀਮਤ ਆ ਇਹ ਲੋਕਾਂ ਨੂੰ ਇੰਨੀ ਮਹਿੰਗੀ ਚੁਕਾਉਣੀ ਪੈ ਰਹੀ ਹੈ। ਪਰ ਲੰਘੇ ਕੱਲ੍ਹ ਜਿਹੜਾ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਦੇ ਖਿਲਾਫ, ਕੇਂਦਰ ਦੇ ਖਿਲਾਫ, ਉਹਦੇ ਵਿੱਚ ਇੱਕ ਅਜੀਬ ਜਿਹੀ ਗੱਲ ਹੋਈ ਹੈ। ਰੇੜੇ ਦੇ ਉੱਤੇ ਲੱਦ ਕੇ ਇੱਕ ਕਾਰ ਲੈ ਕੇ ਆਏ ਆ ਕਾਂਗਰਸੀ ਵਰਕਰ ਤੇ ਉਹਨੂੰ ਬਾਅਦ ਦੇ ਵਿੱਚ ਰੇੜੇ ਤੋਂ ਲਾਹ ਕੇ ਤੇ ਅੱਗ ਲਾ ਦਿੱਤੀ ਗਈ ਆ। ਕਹਿੰਦੇ ਵੀ ਜੇਕਰ ਅਸੀਂ ਪੈਟਰੋਲ ਹੀ ਨਹੀਂ ਪਵਾ ਸਕਦੇ ਤੇ ਫਿਰ ਕਾਰਾਂ ਵੀ ਕੀ ਕਰਨੀਆਂ। ਇਹ ਡਰਾਮਾ ਬਿਲਕੁਲ ਉਵੇਂ ਦਾ ਸੀ ਜਿਵੇਂ ਕਿ ਕਾਂਗਰਸ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਕੁਝ ਕੁ ਮਹੀਨੇ ਪਹਿਲਾਂ ਕਿਸਾਨ ਅੰਦੋਲਨ ਦੀ ਹੱਕ ਦੀ ਗੱਲ ਕਰਦਿਆਂ ਆਸ਼ੇ ਟਰੈਕਟਰ ਨੂੰ ਅੱਗ ਲਾਈ ਗਈ ਸੀ। ਉਸੇ ਆਸ਼ੇ ਟਰੈਕਟਰ ਨੂੰ ਰੇੜੇ ਦੇ ਉੱਤੇ ਲੱਦ ਕੇ, ਟਰਾਲੀ ਦੇ ਉੱਤੇ ਲੱਦ ਕੇ ਤੇ ਦਿੱਲੀ ਦੇ ਵੱਲ ਲੈ ਗਏ, ਨੰਬਰ ਉਹੀ, ਫਿਰ ਲਿਜਾ ਕੇ ਉੱਥੇ ਅੱਗ ਲਾਤੀ। ਫਿਰ ਦਿੱਲੀ ਦੀ ਪੁਲਿਸ ਨੇ ਉਹ ਟਰੈਕਟਰ ਜ਼ਬਤ ਕੀਤਾ ਸੀਗਾ। ਮਤਲਬ ਟਰੈਕਟਰ ਇੱਕ ਹੀ ਫੂਕਿਆ ਦੋ ਥਾਵਾਂ ਦੇ ਉੱਤੇ ਆ। ਹੁਣ ਵੀ ਰੇੜੇ ਦੇ ਉੱਤੇ ਕਾਰ ਆਈ ਆ। ਮੈਂ ਤਾਂ ਇਹ ਗੱਲ ਸੋਚਦਾ ਵੀ ਕੋਈ ਵੀ ਇੱਕ ਆਗੂ ਇਹੋ ਜਿਹਾ ਨਹੀਂ ਸੀ ਉੱਥੇ ਕਾਂਗਰਸ ਦਾ ਜਿਹੜਾ ਕਹੇ ਵੀ ਮੇਰੀ ਕਾਰ ਨੂੰ ਅੱਗ ਲਾ ਦਿਓ, ਇਹ ਮੈਂ ਚਲਾ ਕੇ ਲਿਆਇਆ, ਮੈਂ ਬੱਸ ਦੇ ਉੱਤੇ ਚਲਾ ਜਾਊਂਗਾ, ਮੇਰੇ ਅੰਦਰ ਹਰਖੇ ਨਾ। ਮਤਲਬ ਇਹ ਹੈ ਵੀ ਖਬਰ ਬਣਾਉਣ ਦੇ ਲਈ ਕਾਰ ਦੀ ਵਰਤੋਂ ਕੀਤੀ। ਪਰ ਉੱਦਾਂ ਸਾਡੀ ਬੇਨਤੀ ਕਾਂਗਰਸ ਨੂੰ ਵੀ ਹੈ ਵੀ ਆਪਦੇ ਹਿੱਸੇ ਦਾ ਵੈਟ ਮਾੜਾ ਮੋਟਾ ਘਟਾ ਲਓ। ਤੁਸੀਂ ਕਿਹੜਾ ਘਟਾਉਂਦੇ ਹੋ? ਨਾ ਮੋਦੀ ਸਰਕਾਰ ਲੋਕਾਂ ਦੇ ਭਲੇ ਲਈ ਸੋਚਦੀ ਹੈ ਤੇ ਨਾ ਤੁਸੀਂ ਸੋਚਦੇ ਹੋ। ਜਦੋਂ ਮੋਦੀ ਸਰਕਾਰ ਨੂੰ ਕਹਿੰਦੇ ਆ ਉਹ ਕਹਿੰਦੇ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀ ਕੀਮਤ ਵੱਧ ਗਈ ਹੈ, ਸੂਬੇ ਦੀ ਸਰਕਾਰ ਆਪਦਾ ਹਿੱਸਾ ਘਟਾ ਲਵੇ। ਸੂਬੇ ਦੀ ਸਰਕਾਰ ਕਹਿੰਦੀ ਕੇਂਦਰ ਦੀ ਸਰਕਾਰ ਆਪਦੇ ਹਿੱਸੇ ਦਾ ਟੈਕਸ ਘਟਾਵੇ ਤੇ ਪਿਸਦਾ ਕੌਣ ਆ? ਆਮ ਲੋਕ। ਪਰ ਇੱਕ ਹੋਰ ਜਾਣਕਾਰੀ ਆਈ ਹੈ ਵੀ ਭਾਰਤ ਦੇ ਵਿੱਚ ਕਈ ਸੂਬੇ ਇਹੋ ਜਿਹੇ ਆ ਜਿੱਥੇ ਕਿ ਦਾਰੂ ਦੇ ਉੱਤੇ ਪੂਰੇ ਤਰੀਕੇ ਨਾਲ ਪਾਬੰਦੀ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਸ ਵਕਤ ਬਿਹਾਰ ਦੇ ਵਿੱਚ ਆ, ਮਿਜ਼ੋਰਮ ਦੇ ਵਿੱਚ ਆ, ਹੋਰ ਥਾਵਾਂ 'ਤੇ ਆ। ਪਰ ਕਈ ਸੂਬਿਆਂ ਦੇ ਵਿੱਚ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਹੋਮ ਡਿਲੀਵਰੀ ਵਾਲੇ ਸੂਬਿਆਂ ਦੇ ਵਿੱਚ ਇੱਕ ਸੂਬਾ ਪੰਜਾਬ ਵੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਦਿੱਲੀ ਦੇ ਵਿੱਚ ਲੋਕਡਾਊਨ ਦੌਰਾਨ ਸ਼ਰਾਬ ਦੇ ਉੱਤੇ ਵੈਟ ਵਧਾ ਦਿੱਤਾ ਗਿਆ ਸੀ। ਦੇਸ਼ ਦੇ ਹਰ ਸੂਬੇ ਦੇ ਵਿੱਚ ਅਲਕੋਹਲ ਦੇ ਸੰਬੰਧ ਦੇ ਵਿੱਚ ਵੱਖੋ ਵੱਖਰੇ ਕਾਨੂੰਨ ਨੇ। ਬਿਹਾਰ, ਗੁਜਰਾਤ, ਨਾਗਾਲੈਂਡ ਤੇ ਮਿਜ਼ੋਰਮ, ਇਹਨਾਂ ਸੂਬਿਆਂ ਦੇ ਵਿੱਚ ਸ਼ਰਾਬ ਦੇ ਉੱਤੇ ਮੁਕੰਮਲ ਪਾਬੰਦੀ ਹੈ ਤੇ ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਪੰਜਾਬ, ਝਾਰਖੰਡ, ਉੜੀਸਾ ਤੇ ਹੁਣ ਦਿੱਲੀ, ਇਹਨਾਂ ਸੂਬਿਆਂ ਦੇ ਵੱਲੋਂ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ। ਹਰਿਆਣਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਲਕਸ਼ਦੀਪ, ਕਰਨਾਟਕ ਵਰਗੇ ਸੂਬਿਆਂ ਨੇ ਵੀ ਕਿਸੇ ਵੇਲੇ ਸ਼ਰਾਬ ਦੇ ਉੱਤੇ ਪਾਬੰਦੀ ਲਾਈ ਸੀ, ਪਰ ਬਾਅਦ ਦੇ ਵਿੱਚ ਇਹ ਕਹਿ ਕੇ ਕਿ ਆਮਦਨ ਘਟ ਗਈ ਹੈ, ਸ਼ਰਾਬ ਤੋਂ ਪਾਬੰਦੀ ਹਟਾ ਦਿੱਤੀ। ਹਰਿਆਣਾ ਨੇ 1996 ਦੇ ਵਿੱਚ ਸ਼ਰਾਬ 'ਤੇ ਪਾਬੰਦੀ ਲਾਈ ਪਰ 1998 ਦੇ ਵਿੱਚ ਪਾਬੰਦੀ ਹਟਾ ਦਿੱਤੀ। ਆਂਧਰਾ ਪ੍ਰਦੇਸ਼ ਨੇ 1994 ਦੇ ਵਿੱਚ ਸ਼ਰਾਬ 'ਤੇ ਪਾਬੰਦੀ ਲਾਈ ਪਰ 1997 ਦੇ ਵਿੱਚ ਹਟਾ ਦਿੱਤੀ। ਕੇਰਲ ਨੇ 2014 ਦੇ ਵਿੱਚ ਸ਼ਰਾਬ 'ਤੇ ਪਾਬੰਦੀ ਲਾਈ ਪਰ 2015 ਦੇ ਵਿੱਚ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਉਲਟਾ ਦਿੱਤਾ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸ਼ਰਾਬ ਹੈ ਤਾਂ ਸਿਹਤ ਵਾਸਤੇ ਮਾੜੀ,
ਪਰ ਜਦੋਂ ਸ਼ਰਾਬ ਸਰਕਾਰਾਂ ਦੀ ਇੱਜ਼ਤ ਬਚਾਉਂਦੀ ਹੋਵੇ ਤਾਂ ਫਿਰ ਸਰਕਾਰਾਂ ਉਹਨੂੰ ਮਾੜੀ ਕਿਵੇਂ ਕਹਿਣ। ਇਸ ਵਕਤ ਵੀ ਪੰਜਾਬ ਦੇ ਵਿੱਚ ਹੈਰਾਨੀ ਹੁੰਦੀ ਹੈ, ਸਕੂਲ ਬੰਦ ਤੇ ਸ਼ਰਾਬ ਦੇ ਠੇਕੇ ਖੁੱਲ੍ਹੇ। ਸ਼ਰਾਬ ਨੂੰ ਕਹਿੰਦੇ ਅਸੀਂ ਵੇਚਣਾ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਸੂਬਾ ਚੱਲਦਾ। ਮੈਂ ਤਾਂ ਕਦੇ ਕਦੇ ਸੋਚਦਾ ਵੀ ਸਾਡਾ ਸੂਬਾ ਸਿਰਫ ਸ਼ਰਾਬੀਆਂ ਦੇ ਸਿਰ ਤੇ ਹੀ ਚੱਲਦਾ, ਕਿਉਂਕਿ ਜੇਕਰ ਉਹ ਦਾਰੂ ਪੀਣੀ ਬੰਦ ਕਰ ਦੇਣ ਤਾਂ ਫਿਰ ਤਾਂ ਪੰਜਾਬ ਦਾ ਵਿਕਾਸ ਹੀ ਰੁਕ ਜੇ। ਸਰਕਾਰ ਤਾਂ ਹੱਥ ਖੜੇ ਕਰ ਦਿੰਦੀ ਵੀ ਸਾਡੇ ਝੋਲੇ ਦੇ ਵਿੱਚ ਕੁਛ ਨਹੀਂ ਗਾ, ਸਾਡੇ ਖਜ਼ਾਨੇ ਵਿੱਚ ਕੁਛ ਨਹੀਂ ਗਾ। ਅਸੀਂ ਸਕੂਲਾਂ ਨੂੰ ਬੰਦ ਕਰਕੇ ਸਾਰ ਸਕਦੇ ਹਾਂ ਪਰ ਠੇਕਿਆਂ ਨੂੰ ਬੰਦ ਕਰਕੇ ਨਹੀਂ ਸਾਰ ਸਕਦੇ। ਠੇਕੇ ਥਾਂ ਥਾਂ ਤੇ ਖੁੱਲ੍ਹਣੇ ਜ਼ਰੂਰੀ ਹੈ ਸਰਕਾਰ ਦੇ ਮੁਤਾਬਕ। ਹੁਣ ਤਾਂ ਪੰਜਾਬ ਦੇ ਵਿੱਚ ਸ਼ਰਾਬ ਨੂੰ ਨਸ਼ਾ ਵੀ ਨਹੀਂ ਮੰਨਿਆ ਜਾਂਦਾ। ਦੁੱਖ ਇਸ ਗੱਲ ਦਾ ਹੈ, ਇਹਦੇ ਲਈ ਵੀ ਸਿਰਫ ਸਿੰਥੈਟਿਕ ਨਸ਼ਾ ਦੀ ਗੱਲ ਹੀ ਹੁੰਦੀ ਹੈ ਕਿ ਜੀ ਦੇਖੋ ਹੁਣ ਚਿੱਟੇ ਦੀ ਗੱਲ ਕਰਦੇ ਆ, ਹੁਣ ਅਸੀਂ ਆਈਸ ਡਰੱਗ ਦੀ ਗੱਲ ਕਰਦੇ ਆ। ਨਸ਼ੇ ਇਸ ਰੂਪ ਦੇ ਵਿੱਚ ਰਹਿ ਗਏ ਆ। ਅੱਜ ਪੰਜਾਬ ਦੇ ਵਿੱਚ ਸ਼ਰਾਬ ਇੱਕ ਇਹੋ ਜਿਹਾ ਸੱਭਿਆਚਾਰ ਬਣ ਚੁੱਕਿਆ ਵੀ ਘਰ ਦੇ ਵਿੱਚ ਸਰਕਾਰ ਖੁਦ ਜ਼ਿੰਮੇਵਾਰੀ ਤੈਅ ਕਰਦੀ ਆ ਵੀ ਇੰਨੇ ਮਿੰਟਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਦਾਰੂ ਦੀ ਬੋਤਲ ਉਵੇਂ ਪਹੁੰਚੂਗੀ ਜਿਵੇਂ ਪੀਜ਼ਾ ਤੇ ਹੋਰ ਖਾਣ ਪੀਣ ਵਾਲਾ ਸਮਾਨ ਪਹੁੰਚਦਾ। ਸੋ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਤਰੀਕੇ ਆ। ਇਹਦੇ ਬਾਬਤ ਸਭ ਦੀ ਆਪੋ ਆਪਣੀ ਰਾਏ ਹੋ ਸਕਦੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।